ਇਹਦੇ ਵਿੱਚ ਰਾਜ ਇਹ ਹੈ ਕਿ ਕੋਈ ਛੋਟੇ ਮੂੰਹ ਵਾਲੀ ਚਿੜੀ ਰਹਿੰਦੀ ਹੈ, ਵੱਡੇ ਵਾਲੇ 'ਚ ਘੁੱਗੀ, ਉਦੋਂ ਵੱਡੇ ਵਾਲੇ 'ਚ ਕਬੂਤਰ। ਸਾਡੇ ਕੁਦਰਤੀ ਸੋਮੇ ਖਤਮ ਹੋ ਰਹੇ ਨੇ। ਸੁਣਿਆ ਜਾ ਰਿਹਾ ਸੀ ਵੀ ਅਲੋਪ ਹੋ ਗਈਆਂ, ਉਹ ਅਲੋਪ ਕਿਤੇ ਨਹੀਂ ਹੋਈਆਂ ਸੀ। ਐਕਚੁਅਲ 'ਚ ਉਹਨਾਂ ਨੂੰ ਰਹਿਣ ਲਈ ਰਹਿਣ ਬਸੇਰੇ ਨਹੀਂ ਮਿਲ ਰਹੇ ਸੀਗੇ। ਵੈਸਟਰਨ ਦਰਖਤ ਲਾਏ ਜਾ ਰਹੇ ਨੇ, ਨਿੰਮ, ਡੇਕ, ਪਿੱਪਲ, ਕਿੱਕਰ ਤਾਂ ਖਤਮ ਹੀ ਹੋ ਗਏ ਨੇ। ਤੁਸੀਂ ਪੂਰਾ ਚੰਡੀਗੜ੍ਹ ਘੁੰਮ ਕੇ ਦੇਖ ਲਓ, ਤੁਹਾਨੂੰ ਇੱਕ ਵੀ ਆਲਣਾ ਨਹੀਂ ਮਿਲਣਾ। ਮੈਂ ਫਿਰ ਜ਼ੋਰ ਲਾਇਆ ਕਿ ਦਰਖਤ ਲਾਏ ਜਾਣ, ਪਰ ਮੈਂ ਇੰਨਾ ਕਾਮਯਾਬ ਨਹੀਂ ਹੋ ਸਕਿਆ। ਇਹ ਦਰਖਤਾਂ ਦੀ, ਨਿੰਮ ਦੀ, ਡੇਕ ਦੀ, ਪਿੱਪਲ ਦੀ ਲੱਕੜ ਲੈਣ ਲੱਗਿਆ, ਉਹ 'ਚ ਨੈਚੁਰਲੀ ਸਮੈਲ ਹੁੰਦੀ ਆ। ਉਹ ਸਮੈਲ ਪੰਛੀ ਦੇ ਅਟਰੈਕਟਿਵ ਹੁੰਦੀ ਆ। ਜੁਆਇੰਟ ਫੈਮਿਲੀ 'ਚ ਰਹਿੰਦੀ ਆਪਾਂ ਨੂੰ ਆਦਤ ਪੈ ਗਈ ਹੁੰਦੀ ਹੈ ਇੱਕ ਦੂਜੇ ਨਾਲ ਖਿੱਚ ਕਰਨ ਦੀ, ਸੁਣਨ ਦੀ, ਠੀਕ ਹੈ। ਆਪਾਂ ਉੱਥੇ ਚੀਜ਼ ਨੂੰ ਮਿਸ ਕਰਦੇ ਹਾਂ ਚੰਡੀਗੜ੍ਹ ਜਾ ਕੇ। ਇਸ ਤਰ੍ਹਾਂ ਹੀ ਪੰਛੀ ਨੇ, ਪੰਛੀਆਂ ਤੁਸੀਂ ਅਲੱਗ ਆਲਣਾ ਬਣਾ ਕੇ ਦੋਗੇ, ਉਹ ਨਹੀਂ ਰਹਿਣਗੇ ਪਿੱਪਲ ਤੇ, ਕਿਉਂਕਿ ਉਹ ਇਕੱਠੇ ਰਹਿਣਾ ਗਿੱਝ ਚੁੱਕੇ ਹੁੰਦੇ ਨੇ। ਜਿੰਨਾ ਤੱਕ ਛੋਟੇ ਪੰਛੀ ਰਹੀ ਜਾਂਦੇ ਨੇ ਠੀਕ ਹੈ, ਜਦੋਂ ਉਹ ਚਲੇ ਜਾਂਦੇ ਨੇ ਫਿਰ ਮੈਂ ਆਹ ਕੱਢ ਦਿੰਦਾ ਵਾ, ਸੈਪਰੇਟ ਹੁੰਦਾ ਵਾ, ਫਿਰ ਵੱਡੇ ਪੰਛੀ ਰਹਿੰਦੇ ਨੇ। ਮੈਂ ਆਪਦੇ ਪੱਲਿਓਂ ਪੈਸੇ ਦੇ ਕੇ ਉਹਨਾਂ ਨੂੰ ਸਿਖਾਉਣਾ ਚਾਹੁੰਦਾ ਵਾਂ ਯੂਥ ਨੂੰ। ਅੱਜ ਕੱਲ੍ਹ ਮਾਂ ਪਿਓ ਦਾ ਕੰਟਰੋਲ ਨਹੀਂ ਰਿਹਾ। ਮੇਰੇ ਕੋਲ ਕੁਛ ਕਈ ਇਹੋ ਜਿਹੇ ਫੰਡੇ ਨੇ ਜਿਹੜਾ ਮੈਂ ਯੂਥ ਨੂੰ ਕੰਮ ਪਾਸੇ ਵੀ ਲਾ ਸਕਦਾ, ਨਸ਼ਿਆਂ ਤੋਂ ਵੀ ਦੂਰ ਰੱਖ ਸਕਦਾ। 12-1 ਵਜੇ ਤੱਕ ਮੈਂ ਡੇਲੀ ਰੂਟੀਨ 'ਚ ਕੰਮ ਕਰਦਾ, ਸਿਰਫ ਇੱਕ ਰੋਜ਼ਮਰਾ ਜ਼ਿੰਦਗੀ ਨਾਲ ਲੜਨ ਦੇ ਲਈ। ਪਰ ਸਰਕਾਰ ਅਗਰ ਮੈਨੂੰ ਅਧਿਕਾਰ ਰਹੀ ਆ, ਮੈਨੂੰ ਦੇਖ ਕੇ ਕਈ ਮੁੰਡਿਆਂ ਦੇ ਹੌਸਲੇ ਟੁੱਟ ਰਹੇ ਨੇ। ਮੈਂ ਚਾਹੁੰਦਾ ਜੀ ਮੈਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾਵੇ। ਰਹਿਣ ਬਸੇਰਾ ਹਰ ਇੱਕ ਪ੍ਰਾਣੀ ਨੂੰ ਚਾਹੀਦਾ ਹੁੰਦਾ, ਚਾਹੇ ਉਹ ਪੰਛੀ ਹੋਵੇ, ਜਾਨਵਰ ਹੋਵੇ ਜਾਂ ਮਨੁੱਖ ਹੋਵੇ। ਇਸੇ ਦੇ ਚਲਦੇ ਅੱਜ ਤੁਹਾਨੂੰ ਅਸੀਂ ਲੁਧਿਆਣਾ ਦੇ ਇੱਕ ਸ਼ਖਸ ਨਾਲ ਮਿਲਾਉਣ ਜਾਵਾਂਗੇ ਜੋ ਕਿ ਪੰਛੀਆਂ ਲਈ ਜਿਹੜਾ ਵਾ ਆਲਣੇ ਬਣਾਉਂਦਾ। ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਵਾ ਸਰਵੇ ਕਰ ਰਹੇ ਕਿਹੜਾ ਪੰਛੀ ਹੈਗਾ ਕਿਸ ਆਲਣੇ ਤੇ ਰਹਿ ਸਕਦਾ। ਉਸ ਦੇ ਚਲਦੇ ਉਸ ਦੇ ਵੱਲੋਂ ਜਿਹੜਾ ਵਾ ਇੱਕ ਤਰ੍ਹਾਂ ਦੇ ਜਿਹੜੇ ਨੇ ਆਲਣੇ ਬਣਾਏ ਗਏ ਨੇ। ਗੱਲਬਾਤ ਵੀ ਕਰ ਲੈਂਦੇ ਹਾਂ। ਚੰਨੀ ਸਾਹਿਬ, ਅਸੀਂ ਵੇਖ ਰਹੇ ਇੱਕ ਆਲਣਾ ਬਣਾਏ ਗਏ ਨੇ, ਕਦ ਤੋਂ ਤੁਹਾਨੂੰ ਜਿਹੜੇ ਪੰਛੀਆਂ ਦਾ ਪ੍ਰੇਮ ਪਿਆ ਤੁਹਾਡੇ ਵੱਲੋਂ ਜਿਹੜਾ ਵਾ ਉਹਨਾਂ ਵਾਸਤੇ ਰਹਿਣ ਬਸੇਰਾ ਬਣਾਉਣਾ ਚਾਹੀਦਾ? ਹਾਂਜੀ, ਮੈਂ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਕਿ ਸਾਡੇ ਕੁਦਰਤੀ ਸੋਮੇ ਖਤਮ ਹੋ ਰਹੇ ਨੇ, ਟੋਬੇ ਖਤਮ ਹੋ ਗਏ, ਸਲਵਾੜ ਖਤਮ ਹੋ ਗਏ, ਸਾਡੇ ਛੱਤਾਂ ਵਾਲੇ ਬਾਲਿਆਂ ਵਾਲੀਆਂ ਛੱਤਾਂ ਖਤਮ ਹੋ ਗਈਆਂ। ਉਹਦੇ ਨਾਲ ਸਾਡੀਆਂ ਚਿੜੀਆਂ ਕਿਹਾ ਜਾ ਰਿਹਾ ਸੀ, ਸੁਣਿਆ ਜਾ ਰਿਹਾ ਸੀ ਵੀ ਅਲੋਪ ਹੋ ਗਈਆਂ, ਉਹ ਅਲੋਪ ਕਿਤੇ ਨਹੀਂ ਹੋਈਆਂ ਸੀ। ਐਕਚੁਅਲ 'ਚ ਉਹਨਾਂ ਨੂੰ ਰਹਿਣ ਲਈ ਰਹਿਣ ਬਸੇਰੇ ਨਹੀਂ ਮਿਲ ਰਹੇ ਸੀਗੇ। ਅਤੇ ਉਹਦੇ ਲਈ ਜਦੋਂ ਮੈਂ ਦੇਖਿਆ ਕਿ ਰਹਿਣ ਬਸੇਰੇ ਵੀ ਕਿੱਦਾਂ ਮਿਲਦੇ, ਸਾਡੇ ਵੈਸਟਰਨ ਦਰਖਤ ਲਾਏ ਜਾ ਰਹੇ ਨੇ, ਨਿੰਮ, ਡੇਕ, ਪਿੱਪਲ, ਕਿੱਕਰ ਤਾਂ ਖਤਮ ਹੀ ਹੋ ਗਏ ਨੇ। ਤੁਸੀਂ ਪੂਰਾ ਚੰਡੀਗੜ੍ਹ ਘੁੰਮ ਕੇ ਦੇਖ ਲਓ, ਤੁਹਾਨੂੰ ਇੱਕ ਵੀ ਆਲਣਾ ਨਹੀਂ ਮਿਲਣਾ। ਕਾਰਨ ਕੀ? ਉਹ ਦਰਖਤਾਂ 'ਚ ਨੈਚੁਰਲਿਟੀ ਨਹੀਂ, ਨਾ ਫੁੱਲ, ਨਾ ਫਲ, ਨਾ ਲੱਕੜ। ਅਤੇ ਉਹ ਇਸ ਕਰਕੇ ਇਹ ਦਰਖਤ ਖਤਮ ਹੋ ਜਾ ਰਹੇ ਸੀਗੇ। ਮੈਂ ਫਿਰ ਜ਼ੋਰ ਲਾਇਆ ਕਿ ਦਰਖਤ ਲਾਏ ਜਾਣ, ਪਰ ਮੈਂ ਇੰਨਾ ਕਾਮਯਾਬ ਨਹੀਂ ਹੋ ਸਕਿਆ। ਫਿਰ ਮੈਂ ਕੀ ਸੋਚਿਆ ਕਿ ਇਹ ਦਰਖਤਾਂ ਦੀ, ਨਿੰਮ ਦੀ, ਡੇਕ ਦੀ, ਪਿੱਪਲ ਦੀ ਲੱਕੜ ਲੈਣ ਲੱਗਿਆ, ਉਹ 'ਚ ਨੈਚੁਰਲੀ ਸਮੈਲ ਹੁੰਦੀ ਆ। ਉਹ ਸਮੈਲ ਪੰਛੀ ਦੇ ਅਟਰੈਕਟਿਵ ਹੁੰਦੀ ਆ। ਉਹ ਲੱਕੜ ਮੈਂ ਸੁਕਾ ਕੇ ਸੀਜ਼ਨ ਕਰਾ ਕੇ ਉਦੋਂ ਬਾਅਦ ਇੱਕ ਪ੍ਰੋਸੈਸ ਲੈਂਦਾ ਮੈਂ 6 ਮਹੀਨੇ ਦਾ। ਉਹਨੂੰ ਇੱਕ ਪ੍ਰੋਸੈਸ ਦੇ ਅਕੋਰਡਿੰਗ ਮੈਂ ਉਹਨੂੰ ਸੁਕਾਉਣਾ ਵਾ, ਅਤੇ ਉਹ ਫਿਰ ਉਹਦੇ ਮੈਂ ਆਲ੍ਹਣੇ ਤਿਆਰ ਕਰਦਾ ਵਾਂ। ਫਿਰ ਉਸ ਨੂੰ ਮੈਂ ਪਾਲਿਸ਼ ਕਰਦਾ ਵਾਂ। ਪਾਲਿਸ਼ ਹੋਣ ਦੇ ਨਾਲ ਕਿਆ ਹੁੰਦਾ ਹੈ ਕਿ ਉਹਦੀ ਬਾਹਰੋਂ ਸਮੈਲ ਲੌਕ ਹੋ ਜਾਂਦੀ ਆ। ਸਮੈਲ ਲੌਕ ਹੋਣ ਨਾਲ ਅੰਦਰ ਬੈਕਅਪ ਹੋਣ ਲੱਗ ਜਾਂਦੀ ਆ, ਅਤੇ ਉਹੀ ਸਮੈਲ ਦੇ ਪੰਛੀ ਅਟਰੈਕਟਿਵ ਹੁੰਦੇ ਨੇ। ਜਿਸ ਤਰ੍ਹਾਂ ਕਿ ਐਗਜ਼ਾਮਪਲ ਤੌਰ 'ਤੇ ਜੇ ਤੁਸੀਂ ਦੇਖਿਆ ਹੋਣਾ ਕਿ ਪੰਛੀ ਦਰਖਤਾਂ ਦੀ ਖੁੱਡ 'ਚ ਰਹਿੰਦੇ ਨੇ ਜਾਂ ਦਰਖਤ 'ਤੇ ਹੀ ਆਲ੍ਹਣਾ ਕਿਉਂ ਪਾਉਂਦੇ ਨੇ, ਉਹਦਾ ਕਾਰਨ ਇਹੀ ਹੁੰਦਾ ਵਾ। ਜਿਸ ਤਰ੍ਹਾਂ ਅਸੀਂ ਵੇਖ ਰਹੇ ਤਰ੍ਹਾਂ ਤੁਹਾਡੇ ਵੱਲੋਂ ਆਲਣੇ ਬਣਾਏ ਜਾਂਦੇ ਨੇ, ਦੱਸ ਦਿਓ ਕਿ ਇਸ ਜਿਹੜਾ ਆਲਣਾ ਪਿਆ ਚਿੜੀਆਂ ਦਾ ਪੀਜੀ, ਇਸ ਆਲਣੇ ਦੀ ਕੀ ਵਿਸ਼ੇਸ਼ਤਾ ਹੈ? ਹਾਂਜੀ ਸਰ, ਜਿਹੜਾ ਇਹ ਆਲਣਾ ਹੈ, ਇਹ ਆਲਣਾ ਅਸੀਂ ਬਣਾਇਆ ਸੀ ਜਿਸ ਤਰ੍ਹਾਂ ਕਿ ਕੇਰਲਾ, ਕਰਨਾਟਕਾ ਹੋ ਗਏ, ਜਿੱਥੇ ਜ਼ਿਆਦਾ ਬਾਰਿਸ਼ਾਂ ਹੁੰਦੀਆਂ ਨੇ, ਜਾਂ ਹਿਮਾਚਲ ਵਾਲੀ ਸਾਈਡ ਹੋ ਗਈ ਜਿੱਥੇ ਜ਼ਿਆਦਾ ਬਰਫ਼ਾਂ ਪੈਂਦੀਆਂ ਨੇ। ਉੱਥੇ ਨਾ ਸਟੇਟ ਆਲਣਾ ਕਾਮਯਾਬ ਨਹੀਂ ਰਹਿੰਦਾ, ਕਿਉਂਕਿ ਉਹਦਾ ਟੈਂਪਰੇਚਰ ਅੰਦਰ ਡਾਊਨ ਹੋ ਜਾਂਦਾ, ਜਾਂ ਪਾਣੀ ਖੜ੍ਹ ਜਾਂਦਾ, ਜਾਂ ਬਰਫ਼ ਖੜ੍ਹ ਜਾਂਦੀ ਆ। ਇਸ ਕਰਕੇ ਅਸੀਂ 3 ਸਟੈਪ ਬਣਾਏ ਤਾਂ ਜੋ ਇਹਦੇ 'ਤੇ ਕੁਛ ਬਰਫ਼ ਜਾਂ ਪਾਣੀ ਰੁਕ ਨਾ ਸਕੇ। ਉੱਥੇ ਜ਼ਿਆਦਾ ਸਕਸੈਸਫੁਲ ਹੋਇਆ ਜੀ। ਜਿਸ ਤਰ੍ਹਾਂ ਚਿੜੀਆਂ ਦੀ ਜੁਆਇੰਟ ਫੈਮਿਲੀ ਕਿਸ ਤਰ੍ਹਾਂ ਵਾ ਕਿ ਜਿਹੜੇ ਵੱਖ-ਵੱਖ ਤਰ੍ਹਾਂ ਦੀ ਪ੍ਰਜਾਤੀ ਜਿਹੜੇ ਪੰਛੀ ਹੋਣਗੇ ਇੱਕ ਆਲਣੇ ਵਿੱਚ ਕਿਸ ਤਰ੍ਹਾਂ ਰਹਿ ਸਕਦੇ ਨੇ? ਕੋਈ ਸਰਵੇ ਵੀ ਕੀਤਾ ਸੀ ਪਹਿਲੇ ਇਸ 'ਤੇ? ਜੀ ਬਿਲਕੁਲ, ਮੈਂ ਦੇਖਿਆ ਕਿ ਪਿੱਪਲ ਦੇ ਉੱਤੇ ਬਹੁਤ ਜ਼ਿਆਦਾ ਪੰਛੀ ਰਹਿੰਦੇ ਸੀਗੇ। ਮੈਂ ਉੱਥੇ ਉਹਦੇ ਆਲ੍ਹਣੇ ਲਾਏ, ਆਲ੍ਹਣੇ ਉੱਥੇ ਸਕਸੈਸ ਨਹੀਂ ਹੋਏ। ਮੈਨੂੰ ਇੱਕ ਬੜੀ ਇਨਸਲਟ ਫੀਲ ਹੋਈ, ਅਤੇ ਮੈਨੂੰ ਆਪਦੇ ਆਪ 'ਤੇ ਮਹਿਸੂਸ ਹੋਇਆ ਵੀ ਇਹ ਮੇਰੇ ਆਲ੍ਹਣੇ ਕਿੱਦਾਂ ਸਕਸੈਸ ਨਹੀਂ ਹੋਏ। ਜਦੋਂ ਮੈਂ ਸਰਵੇ ਕੀਤਾ ਤਾਂ ਗੱਲ ਇਹ ਸੀਗੀ ਉਹਨਾਂ ਦੀ ਨੇਚਰ ਆਪਣੇ ਨਾਲ ਜੁੜੀ ਹੋਈ ਸੀ। ਜਿਸ ਤਰ੍ਹਾਂ ਕਿ ਆਪਾਂ ਮੰਨ ਲਓ ਕਿ ਇੱਕ ਜੁਆਇੰਟ ਫੈਮਿਲੀ 'ਚ ਰਹਿੰਦੇ ਹਾਂ, ਕੋਈ ਡਿਪਾਰਟਮੈਂਟ ਦੇ ਕੰਮ ਚੰਡੀਗੜ੍ਹ ਜਾਣਾ ਹੋਵੇ, ਆਪਾਂ ਇੱਕ ਜੁਆਇੰਟ ਫੈਮਿਲੀ 'ਚ ਰਹਿੰਦੀ, ਆਪਾਂ ਨੂੰ ਆਦਤ ਪੈ ਗਈ ਹੁੰਦੀ ਹੈ ਇੱਕ ਦੂਜੇ ਨਾਲ ਖਿੱਚ ਕਰਨ ਦੀ, ਸੁਣਨ ਦੀ, ਠੀਕ ਹੈ। ਆਪਾਂ ਉੱਥੇ ਚੀਜ਼ ਨੂੰ ਮਿਸ ਕਰਦੇ ਹਾਂ ਚੰਡੀਗੜ੍ਹ ਜਾ ਕੇ। ਇਸ ਤਰ੍ਹਾਂ ਹੀ ਪੰਛੀ ਨੇ, ਪੰਛੀਆਂ ਤੁਸੀਂ ਅਲੱਗ ਆਲਣਾ ਬਣਾ ਕੇ ਦੋਗੇ, ਉਹ ਨਹੀਂ ਰਹਿਣਗੇ ਪਿੱਪਲ ਤੇ, ਕਿਉਂਕਿ ਉਹ ਇਕੱਠੇ ਰਹਿਣਾ ਗਿੱਝ ਚੁੱਕੇ ਹੁੰਦੇ ਨੇ। ਫਿਰ ਉਹਨਾਂ ਲਈ ਮੈਂ ਇਹ ਆਲਣਾ ਤਿਆਰ ਕੀਤਾ, ਇਹਨਾਂ 'ਚ ਪਾਰਟੀਸ਼ਨ ਕੀਤੀ, ਤਿੰਨਾਂ ਦੇ ਵਿੱਚ ਪਾਰਟੀਸ਼ਨ ਕੀਤੀ। ਅਤੇ ਇਹਦੇ ਵਿੱਚ ਰਾਜ ਇਹ ਹੈ, ਵੱਡਾ ਮੂੰਹ, ਛੋਟਾ ਮੂੰਹ। ਇਹਦੇ ਵਿੱਚ ਰਾਜ ਇਹ ਹੈ ਕਿ ਕੋਈ ਛੋਟੇ ਮੂੰਹ ਵਾਲੀ ਚਿੜੀ ਰਹਿੰਦੀ ਹੈ, ਵੱਡੇ ਵਾਲੇ 'ਚ ਘੁੱਗੀ, ਉਦੋਂ ਵੱਡੇ ਵਾਲੇ 'ਚ ਕਬੂਤਰ। ਹੁਣ ਤੁਸੀਂ ਪੁੱਛੋਗੇ ਕਿ ਉਹਨਾਂ ਨੂੰ ਕਿਉਂ ਪਤਾ ਲੱਗੇਗਾ ਕਿ ਸਾਡਾ ਹੈ? ਉਹਨਾਂ
ਉਹਨਾਂ ਨੂੰ ਇਸ ਤੋਂ ਪਤਾ ਲੱਗੇਗਾ, ਉਹਨਾਂ ਦੇ ਆਪਦੇ ਆਕਾਰ ਦੇ ਹਿਸਾਬ ਨਾਲ ਹੀ ਐਂਟਰੀ ਗੇਟ ਵਿੱਚ ਉਹ ਰਹਿਣਾ ਲਾਈਕ ਕਰਦੇ ਨੇ। ਜਿੱਦਾਂ ਕਿ ਇਹਦੇ ਵਿੱਚ ਬਾਜ ਅਟੈਕ ਨਹੀਂ ਕਰ ਸਕਦਾ, ਇਸ ਕਰਕੇ ਚਿੜੀ ਇਹਦੇ ਵਿੱਚ ਰਹਿਣਾ ਸੇਫ ਮਹਿਸੂਸ ਕਰਦੀ ਹੈ। ਘੁੱਗੀ ਇਹਦੇ 'ਚ ਆਉਲ ਔਰ ਕਬੂਤਰ ਵਗੈਰਾ ਤੱਕ ਵੀ ਰਹਿੰਦੇ ਨੇ ਜੀ। ਬੜਾ ਵੱਡਾ ਆਲਣਾ ਵੇਖ ਰਿਹਾ ਸੀ ਬਰਡਸ ਹੋਸਟਲ ਜੀ। ਇਸ ਆਲਣੇ ਵਿੱਚ ਕਿਹੜੇ ਪੰਛੀ ਰਹਿੰਦੇ ਨੇ ਜਾਂ ਕਿਉਂ ਮਤਲਬ ਬਣਾਇਆ ਇੰਨਾ ਵੱਡਾ ਆਲਣਾ? ਹਾਂਜੀ, ਇਹ ਸਰ ਆਲਣਾ ਐਕਚੁਅਲੀ ਬਹੁਤ ਘੱਟ ਏਰੀਆ ਦੇ ਵਿੱਚ ਕਾਮਯਾਬ ਆ। ਜਿਸ ਤਰ੍ਹਾਂ ਚੰਡੀਗੜ੍ਹ ਹੋ ਗਏ, ਪਠਾਨਕੋਟ ਹੋ ਗਏ, ਇਹ ਚੀਜ਼ਾਂ 'ਚ ਜ਼ਿਆਦਾਤਰ ਨਾ ਜਿਵੇਂ ਬਾਹਰੋਂ ਪੰਛੀ ਆਉਂਦੇ ਨੇ ਉਹ ਜ਼ਿਆਦਾਤਰ ਵੱਡੀ ਪੌੜੀ ਤੋਂ ਛੋਟੀ ਉਦੋਂ ਛੋਟੀ ਜਾਂ ਇਹ 'ਚ ਪਹੁੰਚੇ ਫਸਾ ਕੇ ਉੱਤੇ ਚੜ੍ਹਨਾ ਉਤਰਨਾ ਲਾਈਕ ਕਰਦੇ ਨੇ। ਠੀਕ ਹੈ ਜੀ, ਉਹਨਾਂ ਦੀ ਨੇਚਰ ਦੇ ਅਕੋਰਡਿੰਗ ਮੈਂ ਇਹ ਆਲਣਾ ਤਿਆਰ ਕੀਤਾ। ਇਹਦੇ ਵਿੱਚ ਮੈਂ ਇੱਕ ਕੜਾ ਲਾ ਦਿੰਦਾ ਮੈਂ ਛੋਟਾ ਮੂੰਹ ਕਰਕੇ, ਜਿੰਨਾ ਤੱਕ ਛੋਟੇ ਪੰਛੀ ਰਹੀ ਜਾਂਦੇ ਨੇ ਠੀਕ ਹੈ। ਜਦੋਂ ਉਹ ਚਲੇ ਜਾਂਦੇ ਨੇ ਫਿਰ ਮੈਂ ਆਹ ਕੱਢ ਦਿੰਦਾ ਵਾ, ਸੈਪਰੇਟ ਹੁੰਦਾ ਵਾ, ਫਿਰ ਵੱਡੇ ਪੰਛੀ ਰਹਿੰਦੇ ਨੇ। ਇਹਦੇ ਵਿੱਚ ਜ਼ਿਆਦਾਤਰ ਇੱਕ ਅਸੀਂ ਦੇਖਿਆ ਕੰਬੀਨੇਸ਼ਨ ਦੇਖਿਆ, ਮੈਂ ITI ਦੇ ਵਿੱਚ ਲਾਇਆ। ਉਹਦੇ ਵਿੱਚ ਰਾਤ ਦੇ ਵਿੱਚ ਪੰਛੀ ਰਹਿੰਦਾ ਹੈ, ਘੁੱਗੀ ਰਹਿੰਦੀ ਹੈ, ਅਤੇ ਦਿਨ ਦੇ ਵਿੱਚ ਉੱਲੂ ਰਹਿੰਦਾ ਹੈ। ਕਿਉਂਕਿ ਉੱਲੂ ਨੂੰ ਦਿਨੇ ਦਿਖਣਾ ਬੰਦ ਹੋ ਜਾਂਦਾ ਹੈ, ਦਿਨੇ ਉਹਨੂੰ ਉਹ ਯੂਜ਼ ਕਰਦਾ ਹੈ। ਅਤੇ ਉੱਥੋਂ ਮੈਨੂੰ ਮਹਿਸੂਸ ਹੋਇਆ ਕਿ ਮੇਰਾ ਇਹ ਆਲਣਾ 2 in 1 ਆਲਣਾ ਹੈ, ਕਿਉਂਕਿ ਦਿਨ ਦੇ ਵਿੱਚ ਉੱਲੂ ਰਹਿੰਦਾ ਹੈ ਅਤੇ ਰਾਤ ਦੇ ਵਿੱਚ ਉਹ ਚੋਗੇ ਨਿਕਲ ਜਾਂਦਾ ਹੈ ਅਤੇ ਘੁੱਗੀ ਰਹਿੰਦੀ ਹੈ ਜੀ। ਅਸੀਂ ਤੁਹਾਡੀ ਤਸਵੀਰ ਵੇਖੀ ਹੈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਦੇ ਨਾਲ, ਕਦ ਤੁਹਾਡੇ ਨਾਲ ਮੁਲਾਕਾਤ ਹੋਈ? ਸਰ ਜੀ, ਮੈਂ ਤਾਂ ਜਦੋਂ ਸਿੱਖਿਆ ਮੰਤਰੀ ਜੀ ਸੀਗੇ ਅਤੇ ਉਹਨਾਂ ਨੇ ਮੇਰੇ ਕੰਮ ਦੀ ਬਹੁਤ ਸ਼ਲਾਘਾ ਕੀਤੀ ਅਤੇ ਉਹਨਾਂ ਨੇ ਖੁਸ਼ ਹੋ ਕੇ ਮੈਨੂੰ ਇੰਸਟਰਕਟਰ ਵੀ ਲਾਇਆ। ਅਤੇ ਚਲੋ ਉਹ ਰੱਬ ਜਾਣਦਾ ਮੇਰੇ ਨਾਲ ਕੀ ਹੋਈ ਆ, ਅਤੇ ਉਹਨਾਂ ਨੇ ਆਪਦੇ ਵੱਲੋਂ ਜਾਣੀ ਕਿ ਮੇਰੀ ਪੂਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਉਸ ਤੋਂ ਬਾਅਦ ਜੀ ਮੇਰੇ ਉਹਨਾਂ ਦੇ ਘਰ ਦੇ ਵਿੱਚ ਵੀ ਸ਼ੋਕੇਸ ਬਣੇ ਪਏ ਨੇ। ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਮਰਿੰਡੇ ਕੋਠੀ ਪਾਈ ਤਾਂ ਮੈਨੂੰ ਉਹਨਾਂ ਨੇ ਰੂਟੀਨ ਦੇ ਅੰਦਾਜ਼ ਵਿੱਚ ਮੈਨੂੰ ਫੋਨ ਕੀਤਾ ਵੀ ਆੜੀ ਤੂੰ ਕਿੱਥੇ ਹੁੰਦਾ? ਮੈਂ ਮਰਿੰਡੇ ਕੋਠੀ ਪਾਈ ਆ, ਮੇਰੇ ਲਈ ਇੱਕ ਸ਼ੋਕੇਸ ਆਈਟਮ ਤਿਆਰ ਕਰਨੀ ਆ। ਅਤੇ ਉਹਨਾਂ ਨੇ ਬੜੇ ਮਾਣ ਸਨਮਾਨ ਨਾਲ ਮੈਨੂੰ ਬੁਲਾਇਆ ਅਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਹੋਣ ਵਾਲੇ ਮੌਜੂਦਾ ਮੁੱਖ ਮੰਤਰੀ ਸਾਹਿਬ ਵੀ ਮੇਰੀ ਕਲਾ ਦੇ ਕਾਇਲ ਨੇ। ਚੰਨੀ ਸਾਹਿਬ, ਤੁਹਾਨੂੰ ਨਾ 5 ਮੁੱਖ ਮੰਤਰੀ ਵੱਲੋਂ ਜਿਹੜਾ ਵਾ ਸਨਮਾਨ ਦਿੱਤਾ ਗਿਆ ਵਾ, ਕਿਹੜੇ ਮੁੱਖ ਮੰਤਰੀ ਵੱਲੋਂ ਕਦੋਂ ਜਿਹੜਾ ਤੁਹਾਨੂੰ ਸਨਮਾਨ ਮਿਲਿਆ ਸੀਗਾ? 2005 ਵਿੱਚ ਕੈਪਟਨ ਸਰਕਾਰ ਵੱਲੋਂ, 2008 ਦੇ ਵਿੱਚ ਬਾਦਲ ਸਰਕਾਰ ਵੱਲੋਂ, 2010 ਵਿੱਚ ਛੱਤੀਸਗੜ੍ਹ ਤੋਂ ਡਾਕਟਰ ਰਮਨ ਜੀ ਵੱਲੋਂ, 2013 ਵਿੱਚ ਖੱਟਰ ਜੀ ਵੱਲੋਂ ਹਰਿਆਣਾ ਸਰਕਾਰ ਵੱਲੋਂ, 2017 ਵਿੱਚ ਕੈਪਟਨ ਅਮਰਿੰਦਰ ਜੀ ਵੱਲੋਂ ਸਟੇਟ ਅਵਾਰਡ ਹਾਸਲ ਹੋਇਆ ਜੀ ਮੈਨੂੰ। ਤੁਹਾਡੇ ਵਿਦੇਸ਼ਾਂ ਵਿੱਚ ਸਰ ਚਰਚੇ ਨੇ, ਵਿਦੇਸ਼ਾਂ ਵਿੱਚ ਵੀ ਕਿਸੇ ਤੁਸੀਂ ਰਾਜਨੀਤੀ ਨਾਲ ਮਿਲੇ ਹੋ? ਹਾਂਜੀ ਬਿਲਕੁਲ, ਮੇਰੇ ਆਪਣੇ ਸਾਡੇ ਪਿੰਡ ਤੋਂ ਹੈ ਕੁੜੀ ਰੂਬੀ ਸੋਤਾ, ਬਰੈਂਪਟਨ ਦੀ MP ਹੈ। ਉਹਨਾਂ ਨੇ ਮੇਰੇ ਕੰਮ ਦੀ ਕਾਫੀ ਤਾਰੀਫ ਕੀਤੀ ਅਤੇ ਆਪਣੇ ਜਸਟਿਨ ਟਰੂਡੋ ਜੀ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਅਤੇ ਉੱਥੇ ਮੇਰਾ ਪ੍ਰੋਜੈਕਟ ਵੀ ਲੈ ਗਏ, ਮੇਰੇ ਦੁਆਰਾ ਹੱਥੀਂ ਦੁਆਰਾ ਆਲਣੇ ਬਣਾਏ ਹੋਏ। ਅਤੇ ਇਸ ਤੋਂ ਬਿਨਾਂ ਮੇਰੇ ਆਸਟ੍ਰੇਲੀਆ ਬੇਬੀ ਬੈੱਡ ਵਗੈਰਾ ਵੀ ਮੇਰੇ ਕੋਲ ਬਣ ਕੇ ਤਿਆਰ ਜਾਂਦੇ ਨੇ ਅਤੇ ਹੋਰ ਕਈ ਆਈਟਮਾਂ ਨੇ, ਸ਼ੋਅ ਆਈਟਮਾਂ ਮੇਰੀਆਂ ਬਣ ਕੇ ਬਾਹਰ ਜਾਂਦੀਆਂ ਨੇ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਜਦੋਂ ਤੁਹਾਡੀ ਮੁਲਾਕਾਤ ਹੋਈ ਚਰਨਜੀਤ ਸਿੰਘ ਚੰਨੀ ਨਾਲ ਤਾਂ ਉਹਨਾਂ ਨੇ ਤੁਹਾਨੂੰ ਇੰਸਟਰਕਟਰ ਦੀ ਜਿਹੜੀ ਨੌਕਰੀ ਦਿੱਤੀ ਸੀਗੀ, ਪਰ ਤੁਸੀਂ ਕਹਿ ਕੇ ਉਹ ਮਿਲੀ ਨਹੀਂ, ਕਿਉਂ, ਕੀ ਕਾਰਨ ਸੀ ਉਸ ਦੇ ਪਿੱਛੇ? ਸਰ ਜਿਹੜੀ ਉਹ ਮੈਨੂੰ ਜੋਬ ਮਿਲੀ ਸੀਗੀ ਅਤੇ ਸਾਹਿਬ ਦਾ ਮੈਂ ਵੈਸੇ ਦਿਲੋਂ ਧੰਨਵਾਦੀ ਹਾਂ, ਉਹਨਾਂ ਨੇ ਮੇਰੀ ਕਲਾ ਦੀ ਬਹੁਤ ਕਦਰ ਕੀਤੀ ਅਤੇ ਇੰਸਟਰਕਟਰ ਦੀ ਜੋਬ ਦਿੱਤੀ। ਪਰ ਉਹ ਗੱਲ ਮੈਂ ਅੱਜ ਤੱਕ ਦਬਾ ਕੇ ਰੱਖੀ, ਉਹ ਕਿਸੇ ਮੂਹਰਲੇ ਅਮਲੇ ਵੱਲੋਂ, ਅਧਿਕਾਰੀ ਵੱਲੋਂ ਉਹ ਮੇਰੀ ਪੋਸਟ ਪ੍ਰਿੰਸੀਪਲ ਨੂੰ ਵੇਚ ਦਿੱਤੀ ਗਈ ਅਤੇ ਉੱਥੇ ਕੋਈ ਹੋਰ ਲਗਾ ਦਿੱਤਾ ਗਿਆ। ਫਿਰ ਜਦੋਂ ਮੈਂ ਸੀਐਮ ਸਾਹਿਬ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉਹਨਾਂ ਨੇ ਮੈਨੂੰ ਬੁਲਾ ਕੇ ਮਨਾ ਲਿਆ ਵੀ ਚੱਲ ਸੀਐਮ ਸਾਹਿਬ ਦਾ ਤੇਰਾ ਇੰਨਾ ਕਰਦੇ ਨੇ, ਤੂੰ ਇੱਕ ਵਾਰੀ ਫੇਰ ਕਹੇਂਗਾ ਉਹਨਾਂ ਨੇ ਤੈਨੂੰ ਫੇਰ ਪੋਸਟ ਕ੍ਰੀਏਟ ਕਰ ਦੇਣੀ ਆ। ਸੀਐਮ ਨੂੰ ਇਸ ਗੱਲ ਦਾ ਨਹੀਂ ਪਤਾ? ਉਹਨਾਂ ਨੂੰ ਬਿਲਕੁਲ ਇਸ ਗੱਲ ਦਾ ਨਹੀਂ ਪਤਾ ਸੀਗਾ। ਅਤੇ ਫਿਰ ਜਦੋਂ ਉਹਨਾਂ ਨੇ ਮੇਰੇ ਦੇਖੋ ਸੀਐਮ ਸਾਹਿਬ ਮੇਰੇ ਕਲਾ ਦੇ ਇੰਨੇ ਕਾਇਲ, ਉਹਨਾਂ ਨੇ ਫਿਰ ਮੇਰੇ ਲਈ ਜੋਬ ਕ੍ਰੀਏਟ ਕੀਤੀ ਜੋ ਮੇਰੇ ਐਲੀਜੀਬਲ ਸੀ, ਮੈਂ ਉਸ ਨੂੰ ਡਿਜ਼ਰਵ ਕਰਦਾ ਸੀ। ਇੱਦਾਂ ਨਹੀਂ ਸਿਫਾਰਸ਼ ਤੌਰ 'ਤੇ, ਮੈਂ ਉਸ ਨੂੰ ਡਿਜ਼ਰਵ ਕਰਦਾ ਸੀ। ਮੇਰੇ ਕੋਲ SC ਕੋਟੇ ਆ, ਸਟੇਟ ਅਵਾਰਡ ਦੇ ਕੋਟੇ ਨੇ ਮੇਰੇ ਕੋਲ, ਮੈਂ ਪੋਸਟ ਗ੍ਰੈਜੂਏਟ ਹਾਂ। ਅਤੇ ਉੱਥੇ ਵੀ ਉਹਨਾਂ ਨੇ ਦੂਸਰੀ ਵਾਰੀ ਮੇਰੇ ਨਾਲ ਇੱਦਾਂ ਹੀ ਰਿਪੀਟ ਕੀਤਾ, ਫਿਰ ਉਹ ਮੇਰੀ ਪੋਸਟ ਵੇਚੀ ਗਈ ਅਤੇ ਉਹ ਮੇਰੇ ਕੋਲ ਦੋਵੇਂ ਜਿਹੜੀ ਜੋਬਾਂ ਸੀਐਮ ਚੰਨੀ ਵੱਲੋਂ ਦਿੱਤੀ ਗਈ ਸੀਗੀ। ਹਾਂਜੀ, ਤੇ ਪਰ ਦੋਵੇਂ ਵਾਰ ਤੁਹਾਨੂੰ ਮਿਲੀ ਨਹੀਂ। ਬਿਲਕੁਲ ਜੀ। ਅਤੇ ਤੀਸਰੀ ਵਾਰ ਫਿਰ ਮੇਰਾ ਮਨ ਖੱਟਾ ਹੋ ਗਿਆ। ਇੱਕ ਕਲਾਕਾਰ ਦੀ ਤਾਂ ਜ਼ਿੰਦਗੀ ਫੱਕਰ ਵਾਂਗੂ ਹੁੰਦੀ ਆ ਕਿ ਕੋਈ ਇੱਕ ਚਪੇੜ ਮਾਰਦਾ, 2 ਮਾਰ ਲਵੇ, ਕੁਛ ਨਹੀਂ ਕਹਿਣਾ। ਅਤੇ ਮੈਂ ਫਿਰ ਚੁੱਪ ਕਰਕੇ ਬਹਿ ਗਿਆ। ਫਿਰ ਸੀਐਮ ਸਾਹਿਬ ਦਾ ਮੈਨੂੰ ਫਿਰ ਫੋਨ ਆਇਆ ਜਦੋਂ ਉਹਨਾਂ ਨੇ ਮਰਿੰਡੇ ਕੋਠੀ ਪਾਈ, ਉਹੀ ਅੰਦਾਜ਼ ਦੇ ਵਿੱਚ, ਆੜੀ ਕੀ ਗੱਲ ਤੂੰ ਹੁਣ ਕਦੇ ਦਿਖਿਆ ਨਹੀਂ? ਮੈਂ ਕਿਹਾ ਜੀ ਬਸ ਜੀ, ਮੈਂ ਦੱਸਣਾ ਨਹੀਂ ਚਾਹਿਆ। ਕਹਿੰਦੇ ਚੱਲ ਕਿੱਥੇ ਹੁੰਦਾ? ਮੈਂ ਕਿਹਾ ਜੀ ਮੈਂ ਕਿੱਥੇ ਹੋਣਾ ਜੀ, ਮੈਂ ਤਾਂ ਦਿਹਾੜੀ ਕਰਦਾ ਵਾਂ। ਕਹਿੰਦੇ ਚੱਲ ਆ ਕੇ ਜਾਈਂ। ਉਹਨਾਂ ਨੇ ਫਿਰ ਮੈਨੂੰ ਜੋਬ ਲਈ ਕਿਹਾ। ਫਿਰ ਮੈਂ ਕਿਹਾ ਜੀ ਮੇਰਾ ਮਨ ਖੱਟਾ ਸੀ, ਮੈਨੂੰ ਇੱਦਾਂ ਸੀ ਮੇਰੇ ਨਾਲ ਫਿਰ ਉੱਦਾਂ ਹੀ ਹੋਣਾ। ਮੈਂ ਕਿਹਾ ਜੀ ਨਹੀਂ ਜੀ, ਮੇਰੇ ਬੱਸ ਦੀ ਖੇਡ ਕਿੱਥੇ, ਮੈਨੂੰ ਤਾਂ ਕੋਈ ਫੋਨ ਆ ਜਾਂਦਾ, ਮੈਂ ਜੋਬ ਕਿੱਥੋਂ ਕਰ ਲੂੰ? ਵੀ ਪੰਛੀ ਫੱਟੜ ਪਿਆ, ਮੈਂ ਉੱਥੇ ਭੱਜ ਜਾਂਦਾ। ਕਹਿੰਦੇ ਚਲੋ ਘਰ ਦੇ ਗੁਜ਼ਾਰੇ ਲਈ ਤਾਂ ਜੋਬ ਜ਼ਰੂਰੀ ਆ। ਕਹਿੰਦੇ ਚਲੋ ਤੇਰੀ ਵਾਈਫ ਦਾ ਕਰਦੇ ਆ, ਉਹ ਵੀ ਪੋਸਟ ਗ੍ਰੈਜੂਏਟ ਨੇ। ਫਿਰ ਉਹਨਾਂ ਨੇ ਮੇਰੀ ਵਾਈਫ ਦਾ ਕਰਤਾ, ਪਰ ਉਸੇ ਸ਼ਖਸ ਨੇ ਮੇਰੀ ਵਾਈਫ ਵਾਲੀ ਜੋਬ ਵੀ ਮੈਨੂੰ ਲੈਣ ਨਹੀਂ ਦਿੱਤੀ। ਅਤੇ ਹੁਣ ਉਹਨੂੰ ਪਤਾ ਵੀ ਮੈਂ ਹੁਣ ਫਿਰ ਮਿਲਣ ਦੀ ਕੋਸ਼ਿਸ਼ ਕੀਤੀ ਸੀਐਮ ਸਾਹਿਬ ਨੂੰ, ਉਹਨਾਂ ਨੇ ਇਸ ਤਰ੍ਹਾਂ ਹੋ ਗਿਆ ਖਣੀ ਮੇਰੀ ਕੋਈ ਪੋਲ ਖੋਲ੍ਹਣਗੇ ਅਤੇ ਮੈਨੂੰ ਸੀਐਮ ਸਾਹਿਬ ਨਾਲ ਨਹੀਂ ਮਿਲਣ ਦਿੱਤਾ।
4 ਵਾਰ ਜੋਬ ਤੁਹਾਨੂੰ ਮਤਲਬ ਆਫਰ 3 ਵਾਰ ਤੁਹਾਨੂੰ, ਇੱਕ ਵਾਰ ਤੁਹਾਡੀ ਵਾਈਫ ਨੂੰ ਵੀ ਜਿਹੜੀ ਸੀਗੀ, ਪਰ ਚਾਰੋਂ ਵਾਰ ਨਹੀਂ ਮਿਲ ਦਿੱਤੀ ਜੀ। ਸੀਐਮ ਚੰਨੀ ਨੂੰ ਨਹੀਂ ਪਤਾ ਇਸ ਗੱਲ ਦਾ? ਨਹੀਂ, ਬਿਲਕੁਲ ਨਹੀਂ ਪਤਾ, ਪਰ ਮੈਂ ਉਹਨਾਂ ਦੇ ਹੱਕ 'ਚ ਗਵਾਹੀ ਭਰਦਾ ਕਿ ਉਹਨਾਂ ਨੂੰ ਨਾ ਪਤਾ ਹੋਣ ਕਰਕੇ ਹੀ ਹੈ। ਅਗਰ ਉਹਨਾਂ ਨੂੰ ਇਹ ਚੀਜ਼ ਦੇ ਕਲੀਅਰ ਹੋ ਜਾਂਦਾ ਹੈ ਤਾਂ ਉਸ ਬੰਦੇ ਦੀ ਸ਼ਾਮਤ ਨਹੀਂ। ਤੇ ਪਰ ਮੈਂ ਗੁਜ਼ਾਰਿਸ਼ ਕਰਦਾ ਵਾਂ ਵੀ ਸੀਐਮ ਸਾਹਿਬ ਨੂੰ ਇੱਕ ਵਾਰੀ, ਜਿਸ ਤਰ੍ਹਾਂ ਪਹਿਲੇ ਅੰਦਾਜ਼ ਦੇ ਵਿੱਚ ਤੁਸੀਂ ਮੈਨੂੰ ਮਿਲਿਆ ਕਰਦੇ ਸੀ, ਇੱਕ ਵਾਰੀ ਮੈਨੂੰ ਫਿਰ ਰੂਬਰੂ ਹੋਣ ਦਾ ਮੌਕਾ ਦਿਓ ਤੇ ਮੈਂ ਆਪਣੀ ਕਲਾ ਦੇ ਹੋਰ ਜ਼ੋਰ ਦਿਖਾ ਸਕਾਂ। ਕਿਉਂਕਿ ਮੈਂ ਇਸ ਤੋਂ ਬਿਨਾਂ ਮੈਂ ਚੈਲੰਜ ਕਰਦਾ ਵਾਂ ਕਿ ਅਗਰ ਮੇਰੇ ਤੋਂ ਵੱਧ ਕੋਈ ਕੁਆਲੀਫਾਈਡ ਜਾਂ ਮੇਰੇ ਤੋਂ ਵੱਧ ਕੋਈ ਅਵਾਰਡ ਜਾਂ ਮੇਰੇ ਤੋਂ ਵੱਧ ਕੋਈ ਕਲਾਕਾਰੀ ਰੱਖਦਾ ਵਾ, ਮੈਟ ਰੱਖਦਾ ਵਾ, ਪਲੀਜ਼ ਉਸ ਨੂੰ ਹੀ ਜੋਬ ਦੇ ਦਿਓ। ਮੈਨੂੰ ਹੋਏਗਾ ਕਿ ਹਾਂਜੀ ਕਲਾਕਾਰੀ ਨਾਲ ਇਨਸਾਫ ਹੋ ਗਿਆ। ਟਿਕਟੌਕ ਤੇ ਨੱਚਣ ਵਾਲੇ ਸਟਾਰ ਵਾਲੇ ਨਾਲੋਂ ਇੱਕ ਚਲੋ ਇਸ ਸਰਕਾਰ ਨੇ ਇੱਕ ਕਲਾਕਾਰ ਦੀ ਤਾਂ ਕਦਰ ਪਾਈ ਆ, ਤੇ ਮੈਂ ਚਾਹੁੰਦਾ ਵਾਂ ਵੀ ਮੈਨੂੰ ਮੇਰੇ ਨਾਲ ਇਨਸਾਫ ਕੀਤਾ ਜਾਵੇ। ਮੈਂ ਇਹ ਜੋਬ ਮੈਂ ਪੰਜਾਬ ਸਰਕਾਰ ਵੱਲੋਂ ਆਪਦੇ ਲਈ ਨਹੀਂ, ਮੈਂ ਉਸ ਯੂਥ ਲਈ ਕਰ ਰਿਹਾ ਵਾਂ ਜੋ ਯੂਥ ਅੱਜ ਕੱਲ੍ਹ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਹੁਨਰ ਦੇ ਮੁਤਾਬਿਕ, ਉਹ ਜਾਂ ਤਾਂ ਨਸ਼ਿਆਂ 'ਚ ਪੈ ਜਾਂਦੇ ਆ ਜਾਂ ਗੈਂਗਸਟਰ ਵੱਲੀ ਹੋ ਜਾਂਦੇ ਆ। ਮੈਂ ਉਹ ਯੂਥ ਨੂੰ ਲਾਂਚ ਕਰਨਾ ਚਾਹੁੰਦਾ ਵਾਂ। ਸਾਡੇ ਪੰਜਾਬ 'ਚ ਟੈਲੈਂਟ ਭਰਿਆ ਪਿਆ ਵਾ, ਪਰ ਉਹਨਾਂ ਨੂੰ ਅੱਗੇ ਲਿਆਉਣ ਲਈ ਜੋ ਚੀਜ਼ ਮੈਂ ਸੋਚੀ ਬੈਠਾ, ਉਹਦੇ ਲਈ ਮੈਨੂੰ ਸਰਕਾਰ ਦੇ ਸਹਿਯੋਗ ਦੀ ਲੋੜ ਹੈ। ਗੱਲ ਇਹ ਹੈ ਕਿ ਯੂਥ ਸਾਡੀ ਭਟਕੀ ਪਈ ਹੈ, ਮੈਨੂੰ ਲੇਬਰ ਨਹੀਂ ਲੱਭ ਰਹੀ। ਲੋਕ ਕਹਿੰਦੇ ਨੇ ਰੋਜ਼ਗਾਰ ਨਹੀਂ ਹੈਗਾ, ਮੈਂ ਕਹਿੰਦਾ ਜੀ ਲੇਬਰ ਨਹੀਂ ਮਿਲ ਰਹੀ। ਮੈਂ ਆਪਦੇ ਪੱਲਿਓਂ ਪੈਸੇ ਦੇ ਕੇ ਉਹਨਾਂ ਨੂੰ ਸਿਖਾਉਣਾ ਚਾਹੁੰਦਾ ਵਾਂ। ਯੂਥ ਨੂੰ ਅੱਜ ਕੱਲ੍ਹ ਮਾਂ ਪਿਓ ਦਾ ਕੰਟਰੋਲ ਨਹੀਂ ਰਿਹਾ। ਮੇਰੇ ਕੋਲ ਕੁਛ ਕਈ ਇਹੋ ਜਿਹੇ ਫੰਡੇ ਨੇ ਜਿਹੜਾ ਮੈਂ ਯੂਥ ਨੂੰ ਕੰਮ ਪਾਸੇ ਵੀ ਲਾ ਸਕਦਾ, ਨਸ਼ਿਆਂ ਤੋਂ ਵੀ ਦੂਰ ਰੱਖ ਸਕਦਾ, ਪਰ ਮੈਨੂੰ ਸਰਕਾਰ ਦਾ ਸਹਿਯੋਗ ਚਾਹੀਦਾ ਵਾ। ਮੈਂ ਕੁਛ ITI ਮਾਧਿਅਮ ਦੇ ਰਾਹੀਂ, ਕੁਝ ਸੰਸਥਾਵਾਂ ਦੇ ਮਾਧਿਅਮ ਰਾਹੀਂ ਮੈਂ ਕੁਛ ਇਹੋ ਜਿਹਾ ਵੱਖਰਾ ਕਰਨਾ ਚਾਹੁੰਦਾ, ਪਰ ਮੈਂ ਚਾਹੁੰਦਾ ਮੇਰਾ ਸਰਕਾਰ ਸਹਿਯੋਗ ਦੇਵੇ। ਚੰਨੀ ਸਾਹਿਬ, ਮੇਰਾ ਆਖਰੀ ਸਵਾਲ ਆ, ਪਰਿਵਾਰ ਵੱਲੋਂ ਕਿਸ ਤਰ੍ਹਾਂ ਸਹਿਯੋਗ ਮਿਲ ਰਿਹਾ? ਕਿਉਂਕਿ ਪਰਿਵਾਰ ਵੀ ਕਹਿੰਦਾ ਹੋਣਾ ਚੰਨੀ ਸਰਟੀਫਿਕੇਟ ਬਹੁਤ ਮਿਲ ਗਏ ਪਰ ਨੌਕਰੀ ਨਹੀਂ ਮਿਲੀ, ਕਦੇ ਉਹਨਾਂ ਨੇ ਕਿਹਾ ਕਿ ਨੌਕਰੀ ਵੀ ਜ਼ਰੂਰਤ ਹੈਗੀ ਹੈ? ਹਾਂਜੀ ਸਰ, ਉਹ ਘਰੋਂ ਥੋੜ੍ਹਾ ਜਿਹਾ ਗਰੀਬ ਹੋਣ ਕਰਕੇ ਮੈਂ 8ਵੀਂ 10ਵੀਂ 12ਵੀਂ ਗ੍ਰੈਜੂਏਸ਼ਨ, ਕਾਰਪੈਂਟਰ ਡਿਪਲੋਮਾ, ਸਿਵਲ ਡਿਪਲੋਮਾ, ਸਕਿੱਲ ਡਿਵਾਈਸ ਸਭ ਮੈਂ ਪ੍ਰਾਈਵੇਟ ਕਰਕੇ ਸਰ ਵਧੀਆ ਨੰਬਰ ਲਿੱਤੇ। ਤੇ ਇਸ ਤੋਂ ਬਾਅਦ ਮੈਂ ਘਰ ਦੇ ਵੀ ਕਹਿੰਦੇ ਸੀਗੇ ਵੀ ਨਾ ਤਾਂ ਸਾਨੂੰ ਪੜ੍ਹਾਈ ਚਾਹੀਦੀ ਆ, ਨਾ ਤੇਰੇ ਅਵਾਰਡ ਚਾਹੀਦੇ ਆ, ਕਿਉਂਕਿ ਘਰ ਦਾ ਗੁਜ਼ਾਰਾ ਮੁਸ਼ਕਿਲ ਸੀ। ਇਸ ਕਰਕੇ ਮੈਂ ਕੀ ਕਰਦਾ ਸੀਗਾ, ਮੈਂ ਡਬਲ ਸ਼ਿਫਟਾਂ ਕੰਮ ਕਰਦੇ ਰਿਹਾ। ਮੇਰੀ ਜਿੱਥੇ 10 ਸਾਲ ਪਹਿਲਾਂ ਦੁਕਾਨ ਸੀ ਉੱਥੇ ਵੀ ਜਾ ਕੇ ਪੁੱਛ ਲਓ, ਜਿੱਥੇ ਹੁਣ ਦੁਕਾਨ 'ਤੇ ਤੁਸੀਂ ਖੜੇ ਹੋ ਹੈਬੋਵਾਲ ਕਲਾਂ, ਇੱਥੇ ਕਿਸੇ ਤੋਂ ਵੀ ਪੁੱਛ ਲਓ, ਲੰਘਦੇ ਕਰਦੇ ਨੂੰ ਵੀ ਪਤਾ ਹੈਗਾ। ਮੈਂ ਡੇਲੀ ਡਬਲ ਸ਼ਿਫਟ ਕੰਮ ਕਰਦਾ ਵਾਂ। ਕੋਈ ਤਿਉਹਾਰ ਨਹੀਂ, ਕੋਈ ਕੁਛ ਨਹੀਂ। ਈਵਨ ਵਿਸ਼ਕਰਮਾ ਡੇ ਵਾਲੇ ਦਿਨ ਸਾਰੇ ਮਿਸਤਰੀ ਪੂਰੇ ਵਰਲਡ 'ਚ ਵਿਹਲੇ ਹੁੰਦੇ, ਮੈਂ ਵਿਸ਼ਕਰਮਾ ਵਾਲੇ ਡੇ ਨੂੰ ਵੀ ਇੱਥੇ ਲੱਗਿਆ ਹੁੰਦਾ ਤੇ 12-1 ਵਜੇ ਤੱਕ ਮੈਂ ਡੇਲੀ ਰੂਟੀਨ 'ਚ ਕੰਮ ਕਰਦਾ, ਸਿਰਫ ਇੱਕ ਰੋਜ਼ਮਰਾ ਦੀ ਜ਼ਿੰਦਗੀ ਨਾਲ ਲੜਨ ਦੇ ਲਈ। ਪਰ ਸਰਕਾਰ ਅਗਰ ਮੈਨੂੰ ਅਧਿਕਾਰ ਰਹੀ ਆ, ਮੈਨੂੰ ਦੇਖ ਕੇ ਕਈ ਮੁੰਡਿਆਂ ਦੇ ਹੌਸਲੇ ਟੁੱਟ ਰਹੇ ਨੇ। ਮੈਂ ਚਾਹੁੰਦਾ ਜੀ ਮੈਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾਵੇ। ਬਿਲਕੁਲ, ਅੱਜ ਤੁਹਾਨੂੰ ਅਸੀਂ ਲੁਧਿਆਣਾ ਦੇ ਚਰਨਜੀਤ ਚੰਨੀ ਨਾਲ ਮਿਲਵਾਇਆ, ਜਿਨ੍ਹਾਂ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਚਿੜੀਆਂ ਲਈ ਆਲਣੇ ਬਣਾਉਂਦੇ ਸੀਗੇ। ਤੇ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਨੇ, ਕਈ ਵਾਰ ਜਿਹੜੀ ਲੁਧਿਆਣਾ ਦੇ ਚਰਨਜੀਤ ਚੰਨੀ ਨਾਲ ਮੁਲਾਕਾਤ ਵੀ ਕੀਤੀ ਹੈ ਤੇ ਜੋਬ ਵੀ ਜਿਹੜੀ ਆਫਰ ਹੋਈ ਸੀ, ਪਰ ਕਿਸੇ ਕਾਰਨ ਕਰਕੇ ਜਿਹੜੀ ਜੋਬ ਹੈ ਉਹਨਾਂ ਤੱਕ ਉਹ ਨਹੀਂ ਪੁੱਜੀ ਸੀਗੀ। ਹੁਣ ਅਪੀਲ ਆਈ ਕਰਦੇ ਨੇ ਕਿ ਸਰਕਾਰ ਉਹਨਾਂ ਦੀ ਬਾਂਹ ਫੜੇ, ਸਹਿਯੋਗ ਦੇਵੇ, ਤਾਂ ਕਿ ਜਿਹੜਾ ਆਉਣ ਵਾਲੀ ਪੀੜ੍ਹੀ ਹੈ, ਯੂਵਾ ਜਿਹੜੇ ਯੂਥ ਹੈ, ਜਿਹੜੇ ਨਸ਼ੇ ਦੀ ਦਲਦਲ ਵੱਲ ਜਾ ਰਹੇ ਨੇ, ਉਹਨਾਂ ਨੂੰ ਬਚਾ ਸਕਣ, ਤਾਂ ਕਿ ਇਹ ਵੀ ਜਿਹੜੇ ਉਹਨਾਂ ਨੂੰ ਫ੍ਰੀ ਵਿੱਚ ਜਿਹੜੀ ਹੈ ਸਿਖਲਾਈ ਦੇ ਸਕਣ। ਕੈਮਰਾਮੈਨ ਹਰਜੀਤ ਸਿੰਘ ਕਾਕੇ ਨਾਲ ਭਰਤ ਸ਼ਰਮਾ, ਦ ਸਮਰ ਨਿਊਜ਼ ਲੁਧਿਆਣਾ।